आपके खिलाफ कोई भ्रष्टाचारी किवें सानू रिपोर्ट दे दूगा। फिरोजपुर अड्डे च कीती है, रेलवे रोड ते कीती है, गांधी रोड ते कीती है, जीडी रोड ते कीती है। मैं दसदा ना तुहानू, दीप सिद्धू कहना होंदा कि बिल्ला दुध पी तो ठीक है, बस कंध ते बैठ के मुच्छा झाड़ू तो बर्दाश्त नहीं होना। जेब च गांधी जी काम करे होंगे आ। फिर जिवें मैनू भी उदों खरीदण आए, जो मैनू खरीदण आए दो वड्डे अफसरां दा नाम लिया उन्होंने भी, असीं उन्होंने तो खरीद चुके हैं, तू दस भी तू की लेना। तुहाडे सामने ही है, प्रैस देख ही रही है सारा कुछ। सारे पंजाब की तरह चंडीगढ़ प्रैस कॉन्फ्रेंस की असीं इस मैटर पर, है ना। उदों मंत्री के हक च करके आए प्रैस कॉन्फ्रेंस, पर मंत्री नाले मंत्री चुप्पी करके जावे। ये तो हम या तो भगवंत मान साहब जानते, केजरीवाल साहब जानते हैं, या फिर मंत्री जी जानते हैं। ਤੁਸੀਂ ਟੈਕਨੀਕਲੀ ਆਪ ਨੇ ਬਹੁਤ ਸਹੀ ਭੇਜਿਆ, ਪਰ ਤੁਹਾਨੂੰ ਇਹ ਦੇਣੀ ਪੈਣੀ ਹੈ। ਹੁਣ ਪੰਕਜ ਸੂਦ ਨਹੀਂ ਲਊਗਾ ਤੁਹਾਡੇ ਤੋਂ ਹਾਈ ਕੋਰਟ ਤੋਂ। ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀ ਤੁਸੀਂ ਇੱਕ ਜੰਗ ਸ਼ੁਰੂ ਕੀਤੀ ਸੀ ਪ੍ਰੋਪਰਟੀ ਦੇ ਵਿੱਚ ਹੋ ਰਹੀ ਧਾਂਦਲੀ ਨੂੰ ਲੈ ਕੇ, ਵੱਡੇ ਜਿਹੜੀਆਂ ਪ੍ਰੋਪਰਟੀਆਂ ਸੀ ਇਨਵੋਲਵ ਸੀ, ਜਿਹਦੇ ਵਿੱਚ ਕੁਝ NOC ਲੈ ਕੇ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਇੱਕ RTI ਪਾਈ ਸੀਗੀ, ਜਿਸ ਦੇ ਵਿੱਚ ਹਜੇ ਤੱਕ ਕੋਈ ਕਲੀਅਰੈਂਸ ਨਹੀਂ ਮਿਲੀ, ਤੇ ਤੁਸੀਂ RTI ਪਾਈ ਸੀ ਤੇ ਉਹਨਾਂ ਵੱਲੋਂ ਕੀ ਜਵਾਬ ਮਿਲਿਆ ਤੁਹਾਨੂੰ? ਬਿਲਕੁਲ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਇਕੱਲੇ ਇੱਕ ਚੈਨਲ ਹੈ, ਤੁਸੀਂ ਇਕੱਲੇ 2 ਜਾਂ 4 ਪੱਤਰਕਾਰ ਆ ਮੋਗੇ ਦੇ ਸੋਸ਼ਲ ਮੀਡੀਆ ਦੇ ਜਿਹੜੇ ਮੇਰੇ ਨਾਲ ਜੁੜੇ ਔਰ ਸਾਡੀ CRO ਦੀ ਪਹਿਲੇ ਦਿਨ ਤੋਂ ਇਸ ਮੈਟਰ 'ਤੇ ਹੈਲਪ ਕਰ ਰਹੇ ਆ ਔਰ ਹਰ ਨਿਊਜ਼ ਨੂੰ ਕਵਰ ਕਰ ਰਹੇ ਆ। ਧੰਨਵਾਦ ਕਰਦੇ ਅਸੀਂ ਤੁਹਾਡਾ। ਇਹ ਜੀ RTI ਮੈਂ ਪਾਈ ਸੀ ਪਿਛਲੇ ਮਹੀਨੇ 25 ਤਰੀਕ ਨੂੰ। ਮੈਨੂੰ ਕੱਲ੍ਹ ਜਵਾਬ ਆਇਆ। ਉਹ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਜੀ 6234 ਵਸੀਕੇ ਹੋਏ ਆ ਰਜਿਸਟਰ ਪਿਛਲੇ 1 ਸਾਲ 'ਚ, ਅਤੇ ਤਹਿਸੀਲਦਾਰ ਦੇ ਟੈਨਿਓਰ ਦੇ ਵਿੱਚ, ਅਤੇ ਉਹਨਾਂ 6234 ਨੂੰ 190 ਪਲੱਸ 600 ਰੁਪਏ ਹਿਸਾਬ ਨਾਲ 790 ਇੰਟੂ 6234 ਇਹ ਬਣਦੇ ਆ ਜੀ 49,28,400 ਸਮਥਿੰਗ, ਇੰਨਾ ਕੁ ਬਣਦਾ। ਇਹ ਮੈਨੂੰ ਕਹਿੰਦੇ ਜੀ ਉਹ ਜਮ੍ਹਾਂ ਕਰਾਓ, ਅਤੇ ਜਿਹੜੇ ਅਸੀਂ ਭ੍ਰਸ਼ਟਾਚਾਰ ਦੇ ਵਸੀਕੇ ਕੀਤੇ ਆ, ਭ੍ਰਸ਼ਟਾਚਾਰ ਜਿੱਥੇ ਅਸੀਂ ਕੀਤਾ ਅਤੇ ਤੁਸੀਂ ਲਓ। ਮੀਨਸ ਇਹ ਭ੍ਰਸ਼ਟਾਚਾਰੀਆਂ ਨੂੰ ਮੈਂ ਫੜਨ ਲਈ ਮੈਂ 49 ਲੱਖ ਰੁਪਇਆ ਪੇ ਕਰਾਂ, ਹੈ ਨਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੁੰਦਾ। ਮੈਂ ਭਗਵੰਤ ਮਾਨ ਸਾਹਿਬ ਨੂੰ ਅੱਜ ਚਿੱਠੀ ਵੀ ਲਿਖੀ ਆ, ਜੋ ਉਹਨਾਂ ਦੇ ਪਰਸਨਲ WhatsApp 'ਤੇ ਵੀ ਭੇਜੀ ਆ, ਵੀ ਭ੍ਰਸ਼ਟਾਚਾਰ ਤੁਹਾਡੇ ਤਹਿਸੀਲਦਾਰ ਕਰਨ, ਠੀਕ ਹੈ। ਨਾ ਤਾਂ ਉਹਨੂੰ ਜਿੰਪਾ ਜੀ ਰੋਕਣ, ਨਾ ਉਹਨੂੰ ਮਾਨ ਸਾਹਿਬ ਰੋਕਣ, ਨਾ ਸਾਡਾ ਲੋਕਲ ਸਾਡਾ ਐਡਮਿਨਿਸਟ੍ਰੇਸ਼ਨ ਰੋਕੇ, ਠੀਕ ਹੈ। ਅਤੇ 49,000 ਰੁਪਇਆ 49 ਲੱਖ ਰੁਪਇਆ ਅਸੀਂ ਭਰੀਏ। ਮਹਾਰਾਜ ਅਸੀਂ ਨਹੀਂ ਭਰਨਾ, ਅਸੀਂ ਇਹ ਮੈਟਰ ਨੂੰ ਹਾਈ ਕੋਰਟ ਲੈ ਕੇ ਜਾਵਾਂਗੇ। ਆ ਸਮਰ ਵਕੇਸ਼ਨ ਤੋਂ ਬਾਅਦ ਹਾਈ ਕੋਰਟ ਜਦੋਂ ਖੁੱਲ੍ਹੇਗਾ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਦੋਂ ਅਸੀਂ ਮੈਟਰ ਨੂੰ ਲੈ ਕੇ ਜਾਵਾਂਗੇ, ਇਹ ਮੈਟਰ ਨੂੰ ਹਾਈ ਕੋਰਟ ਦੇਖੇਗਾ, ਹਾਈ ਕੋਰਟ ਮੰਗਾਏਗਾ ਇਹਨਾਂ ਤੋਂ RTI, ਫਿਰ ਦੇਖਾਂਗੇ ਤਹਿਸੀਲਦਾਰ ਉਹਨਾਂ ਤੋਂ 49 ਲੱਖ ਰੁਪਇਆ ਮੰਗਦਾ ਕਿ ਨਹੀਂ ਮੰਗਦਾ। ਔਰ ਇੱਕ ਮੈਂ ਜਾਣਕਾਰੀ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਦੇਣੀ ਚਾਹੁੰਦਾ, ਮੈਂ ਜਦੋਂ DC ਆਫਿਸ ਦੇ ਡਿਪਾਰਟਮੈਂਟ RTI ਇਹ ਪਾਈ ਹੈ, ਉਸ RTI ਦੇ ਵਿੱਚ ਜਿਹੜੀ ਸਭ ਤੋਂ ਹਾਸੋਹੀਣੀ ਵਾਲੀ ਗੱਲ ਹੋਈ ਹੈ, DC ਦਫ਼ਤਰ ਦੇ RTI ਡਿਪਾਰਟਮੈਂਟ ਨੇ ਪਬਲਿਕ ਇਨਫੋਰਮੇਸ਼ਨ ਅਫਸਰ ਤਹਿਸੀਲਦਾਰ ਆਫਿਸ ਨੂੰ ਉਹ ਭੇਜਤੀ। ਆਹ ਦੇਖੋ, ਆਹ ਚਿੱਠੀ ਦਾ ਜਵਾਬ ਹੈ, ਉੱਤੇ ਪੜ੍ਹੋ। ਇੱਕ ਬੰਦਾ ਭ੍ਰਸ਼ਟਾਚਾਰ ਦੇ ਆਰੋਪਾਂ 'ਚ ਅਸੀਂ ਫੜਿਆ ਹੋਏ, ਉਹ 'ਤੇ ਭ੍ਰਸ਼ਟਾਚਾਰ ਦੇ ਆਰੋਪ ਲਾ ਰਹੇ ਹੈ ਨਾ। ਉਰੇ ਇੰਡੀਆਂ ਠੱਗੀਆਂ ਮਾਰੀਆਂ, ਇੱਥੇ ਤਾਂ ਮਾਰੀਆਂ ਪੰਜਾਬ ਲੈਵਲ 'ਤੇ ਹੀ ਬਹੁਤ ਮਾਰੀਆਂ, ਜਿੱਥੇ ਤੇ ਉਹਨੇ ਕੰਮ ਕੀਤਾ। ਸਾਡੇ ਕੋਲ ਸਾਰਾ ਕੁਝ ਆ ਗਿਆ, ਮਲੋਟ ਦੀਆਂ ਕਲੋਨੀਆਂ, ਹੁਣ ਰਾਏਕੋਟ ਤੋਂ ਰਾਏਕੋਟ ਤੋਂ ਮਹਿਲ ਕਲਾਂ ਦੇ ਰਾਹ ਵਾਲੀ ਹੋਵੇ, ਡੇਰਾ ਬੱਸੀ ਵਾਲੀ ਹੋਵੇ, ਜਿਹੜੀ DC ਦਫ਼ਤਰ ਮੁਹਾਲੀ ਪੈਂਡਿੰਗ ਪਈ ਆ, ਉਹ ਪੈਂਡਿੰਗ ਪਈ ਆ। ਤਹਿਸੀਲਦਾਰ ਸਾਹਿਬ ਉਹ ਖੁੱਲੂਗੀ ਦੁਬਾਰਾ, ਲੱਗੇ ਹੋਏ ਆ ਦੁਬਾਰਾ ਖੋਲ੍ਹਣ, ਠੀਕ ਹੈ। ਜ਼ੀਰਕਪੁਰ ਜੋ ਕੋ ਕਰਕੇ ਆਏ ਆ, ਸਾਰਾ ਕੁਝ ਸਾਨੂੰ ਪਤਾ, ਅਸੀਂ ਮਗਰ ਲੱਗੇ ਹੋਏ ਹਾਂ। ਸਾਡੇ ਕੋਲ ਟਾਈਮ ਹੈਗਾ ਤੁਹਾਡੇ ਖਿਲਾਫ ਡਾਕੂਮੈਂਟ ਇਕੱਠੇ ਕਰਨ ਵਾਸਤੇ, ਕੋਈ ਵੱਡੀ ਗੱਲ ਨਹੀਂ। ਆਹ ਜਿਹੜਾ ਤੁਸੀਂ ਮੈਨੂੰ 49 ਲੱਖ ਦਾ ਰੁਕਾ ਭੇਜਿਆ, ਤੁਸੀਂ ਟੈਕਨੀਕਲੀ ਆਪਦੇ ਨੇ ਬਹੁਤ ਸਹੀ ਭੇਜਿਆ, ਪਰ ਤੁਹਾਨੂੰ ਇਹ ਦੇਣੀ ਪੈਣੀ ਹੈ। ਹੁਣ ਪੰਕਜ ਸੂਦ ਨਹੀਂ ਲਊਗਾ ਤੁਹਾਡੇ ਤੋਂ ਹਾਈ ਕੋਰਟ ਲਊਗਾ। ਤੁਹਾਨੂੰ ਇਹਨੂੰ ਹਾਈ ਕੋਰਟ 'ਚ ਤੁਹਾਨੂੰ ਜਵਾਬ ਦੇਣਾ ਪੈਣਾ ਇਸ ਚੀਜ਼ ਦਾ, ਠੀਕ ਹੈ। ਫਿਰ ਮੰਗੋ 49 ਲੱਖ ਉਹਨਾਂ ਤੋਂ, ਫਿਰ ਤੁਹਾਨੂੰ ਦੱਸਣਗੇ ਉਹਦੇ ਜੱਜ ਸਾਹਿਬ, ਜੋ ਉੱਥੇ ਜਾ ਕੇ ਤੁਹਾਡੇ ਗੋਡੇ ਵੱਜਣੋਂ ਨਾ ਹਟੇ। ਵੱਡੇ
ਸੂਰਮੇ ਨਾ ਗੋਡੇ ਨਹੀਂ ਵਜਨੋਂ ਹਟਦੇ ਉੱਥੇ ਜਾ ਕੇ, ਬਥੇਰੇ ਵੇਖੇ ਮੈਂ ਜਾਂਦੇ ਉੱਥੇ। ਠੀਕ ਹੈ ਜੀ। ਹੁਣ ਤੁਸੀਂ ਇਹ ਦੇਖੋ, ਪਬਲਿਕ ਇਨਫੋਰਮੇਸ਼ਨ ਅਫਸਰ ਕੰਮ ਤਹਿਸੀਲਦਾਰ ਵੀ ਉਹੀ ਹੈ। ਇੱਕ ਪਾਸੇ ਮਤਲਬ ਆਪਦੇ ਖਿਲਾਫ ਕੋਈ ਭ੍ਰਿਸ਼ਟਾਚਾਰੀ ਕਿਵੇਂ ਸਾਨੂੰ ਰਿਪੋਰਟ ਦੇ ਦੂਗਾ, ਉਹਨਾਂ ਨੇ ਨਿਚੋੜ ਕੱਢਿਆ। ਫਿਰ ਮੈਂ ਮੰਗਿਆ ਜਿਹੜੀਆਂ ਤੁਸੀਂ ਬਗੈਰ NOC ਤੇ ਕੀਤੀਆਂ, ਉਹ ਕਹਿੰਦੇ ਅਸੀਂ ਬਗੈਰ NOC ਤੇ ਕੀਤੀਆਂ ਹੀ ਨਹੀਂ ਕੋਈ। ਮੈਂ ਦੱਸਦਾ ਕਿਹੜੀਆਂ ਕੀਤੀਆਂ। ਫਿਰੋਜ਼ਪੁਰ ਅੱਡੇ 'ਚ ਕੀਤੀ ਹੈ, ਰੇਲਵੇ ਰੋਡ ਤੇ ਕੀਤੀ ਹੈ, ਗਾਂਧੀ ਰੋਡ ਤੇ ਕੀਤੀ ਹੈ, GD ਰੋਡ ਤੇ ਕੀਤੀਆਂ। ਮੈਂ ਦੱਸਦਾ ਨਾ ਤੁਹਾਨੂੰ, ਤੁਸੀਂ ਕਹਿੰਦੇ ਕਿਹੜੀਆਂ ਬਗੈਰ NOC ਤੇ ਕੀਤੀਆਂ, ਅਸੀਂ ਦੱਸਦੇ ਤੁਹਾਨੂੰ ਕਿਹੜੀਆਂ ਕੀਤੀਆਂ ਤੁਸੀਂ ਬਗੈਰ NOC ਤੇ। ਠੀਕ ਹੈ ਤਹਿਸੀਲਦਾਰ ਸਾਹਿਬ, ਸਾਨੂੰ ਵੀ ਬਰਦਾਸ਼ਤ ਨਹੀਂ ਹੋ ਰਹੇ। ਤੁਸੀਂ ਤੁਹਾਨੂੰ ਦਿਖਾਵਾਂਗੇ ਹਾਈ ਕੋਰਟ ਦਾ ਭਚੱਕਾ। ਤੁਸੀਂ ਬਹੁਤ ਦੇਰ ਦੇ ਬਚੇ ਫਿਰਦੇ ਆ, ਤੁਹਾਡੀ ਚਮੜੀ ਬਹੁਤ ਮੋਟੀ ਹੈ, ਬਹੁਤ ਦੇਰ ਦੇ ਤੁਸੀਂ ਬਚੇ ਫਿਰਦੇ ਹੋ। ਤੁਸੀਂ ਹੁਣ CRO ਦੇ ਹਿੱਸੇ ਆ ਗਏ ਹੋ, ਤੁਹਾਨੂੰ ਅਸੀਂ ਦਿਖਾਵਾਂਗੇ ਕਿ ਵੀ ਕਿਵੇਂ ਭ੍ਰਿਸ਼ਟਾਚਾਰ ਕਰਨਾ ਹੈ। ਕੋਈ ਗੱਲ ਨਹੀਂ, ਐਡਮਿਨਿਸਟ੍ਰੇਸ਼ਨ ਨਹੀਂ ਖੜ ਰਹੀ, ਕੋਈ ਗੱਲ ਨਹੀਂ। ਠੀਕ ਹੈ ਨਾ, ਸਾਡੀ ਟੀਮ ਹੈ, ਸਾਡੇ ਐਡਵੋਕੇਟ ਸਾਹਿਬ ਤਾਂ ਖੜੇ ਆ ਨਾ ਅਸੀਂ ਸਾਰੇ। ਠੀਕ ਹੈ ਹਾਈ ਕੋਰਟ ਦੇ ਵਿੱਚ। ਸਰ ਇੱਕ ਪਾਸੇ ਗੱਲ ਕੀਤੀ ਜਾਵੇ ਮਾਨ ਸਾਹਿਬ ਦੀ, ਮਾਨ ਸਾਹਿਬ ਕਹਿੰਦੇ ਆ ਕਿ ਰਿਸ਼ਵਤ ਨੂੰ ਲੈ ਕੇ ਕੋਈ ਵੀ ਅਫਸਰ ਨਹੀਂ ਬਖਸ਼ਿਆ ਜਾਏਗਾ। ਬੀਤੇ ਦਿਨੀ ਗੱਲ ਕਰੀਏ ਤਾਂ ਮਾਨ ਸਾਹਿਬ ਨੇ ਜਿਵੇਂ ਵਿਜੇ ਸਿੰਗਲਾ ਜੀ ਨੂੰ ਅਰੈਸਟ ਵੀ ਕੀਤਾ ਔਰ ਉਹਨਾਂ ਦਾ ਜਿਹੜਾ ਸਕੈਮ ਕਰ ਰਹੇ ਸੀ ਉਸ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਅੱਛਾ ਕਦਮ ਚੱਕਿਆ। ਪਰ ਦੂਜੇ ਪਾਸੇ ਅਗਰ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ, ਤਾਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ, ਉਹਨਾਂ ਵੱਲੋਂ ਇਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਦੇਖੋ ਜੀ, ਕਈ ਵਾਰੀ ਨਾ ਜਿਹੜੇ ਇਹ ਬੰਦੇ ਹੁੰਦੇ ਆ, ਇਹ ਤਹਿਸੀਲਦਾਰ ਸਾਹਿਬ ਵਰਗੇ ਬੰਦੇ, ਇਹ ਬੰਦੇ ਸਿਸਟਮ ਤੋਂ ਉੱਪਰ ਚਲੇ ਜਾਂਦੇ ਆ। ਅੱਜ ਜਿਹੜੇ ਸਿਸਟਮ ਤੋਂ ਉੱਪਰ ਹੈ, ਠੀਕ ਹੈ, ਪਰ ਇਹਨਾਂ ਨੂੰ ਅਸੀਂ ਸਿਸਟਮ ਦੇ ਵਿੱਚ ਲੈ ਕੇ ਆਉਣਾ। ਹੁਣ ਸਾਡੀ ਲੜਾਈ ਇਹ ਹੈ ਵੀ ਇਹ ਸਿਸਟਮ ਦੇ ਵਿੱਚ ਆ ਜਾਣ, ਇਹ ਸਿਸਟਮ ਤੋਂ ਉੱਪਰ ਰਹਿ ਕੇ ਚੱਲਦੇ ਆ। ਕਿਉਂਕਿ ਜਦੋਂ ਜੇਬ 'ਚ ਗਾਂਧੀ ਜੀ ਜਮ ਕਰੇ ਹੁੰਦੇ ਆ, ਫਿਰ ਜਿਵੇਂ ਮੈਨੂੰ ਵੀ ਉਦੋਂ ਖਰੀਦਣ ਆਏ, ਜਦੋਂ ਮੈਨੂੰ ਖਰੀਦਣ ਆਏ, ਦੋ ਵੱਡੇ ਅਫਸਰਾਂ ਦਾ ਨਾਂ ਲਿਆ ਉਹਨਾਂ ਨੇ ਵੀ ਅਸੀਂ ਉਹਨਾਂ ਨੂੰ ਤਾਂ ਖਰੀਦ ਚੁੱਕੇ ਹਾਂ, ਤੂੰ ਦੱਸ ਵੀ ਤੂੰ ਕੀ ਲੈਣਾ। ਉਹ ਮੈਂ ਆਲਰੇਡੀ ਤੁਹਾਨੂੰ ਪਿਛਲੀ ਵਾਰੀ ਤੁਸੀਂ ਮੇਰੀ ਇੰਟਰਵਿਊ 'ਚ ਉਹ ਵੀਡੀਓ ਤੁਸੀਂ ਲੈ ਲਈ ਸੀ ਮੇਰੇ ਤੋਂ। ਉਵੇਂ ਹੀ ਇਹ ਬਹੁਤ ਉੱਪਰ ਲੈਵਲ ਤੇ ਜਾ ਕੇ ਘੁੰਮ ਕੇ ਜਿਹੜਾ ਬੰਦਾ ਹੁਣ ਇੰਨੇ ਸਾਲਾਂ ਦਾ 5 ਸਾਲ ਛੁੱਟੀ ਲੈ ਕੇ ਵੀ ਪ੍ਰੋਪਰਟੀ ਡੀਲਰ ਦਾ ਕੰਮ ਜੀਰਕਪੁਰ ਕਰਕੇ ਉੱਥੇ ਵੀ ਲੋਕਾਂ ਨਾਲ ਠੱਗੀਆਂ ਮਾਰ ਕੇ ਜਿਨ੍ਹਾਂ ਨਾਲ ਇਹਨੇ ਕੰਮ ਕੀਤੇ ਸੀ, ਉਹ ਬੰਦਿਆਂ ਦਾ ਮੈਂ ਨਾਂ ਨਹੀਂ ਲੈਣਾ, ਜਿਨ੍ਹਾਂ ਨਾਲ ਇਹ ਕੰਮ ਕਰਕੇ ਆਇਆ, ਉਹਨਾਂ ਨਾਲ ਇਹਨੇ ਠੱਗੀਆਂ ਮਾਰੀਆਂ। ਹੈਂਡ ਰਿਟਨ ਡਾਕੂਮੈਂਟ ਬਹੁਤ ਕੁਝ ਹੈ, ਬਹੁਤ ਕੁਝ ਹੈ। ਇਹ ਪਟਾਰੀ ਖੁੱਲੂਗੀ ਤੇ ਇੱਕ ਸੱਪ ਨਹੀਂ ਨਿਕਲਣਾ, ਕਈ ਸੱਪ ਨਿਕਲਣਗੇ। ਤੇ ਉਹ ਅਸੀਂ ਹਾਈ ਕੋਰਟ 'ਚ ਹੀ ਖੋਲਾਂਗੇ ਤੇ ਤੁਸੀਂ ਉਦੋਂ ਹੀ ਫਿਰ ਪ੍ਰੈਸ ਕਾਨਫਰੰਸ ਹੀ ਕਰਾਂਗੇ ਅਸੀਂ ਹਾਈ ਕੋਰਟ 'ਤੇ ਜਾ ਕੇ, ਜਦੋਂ ਹਾਈ ਕੋਰਟ ਦੇ ਵਿੱਚ ਸਾਡੀ ਰਿਟ ਪਟੀਸ਼ਨ ਸਬਮਿਟ ਹੋਏਗੀ। ਤੇ ਸਰ ਕੀ ਲੱਗਦਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ RTI ਦੀ ਜਿਹੜੀ ਫੀਸ ਹੈ ਕਰੀਬਨ 50 ਲੱਖ ਰੁਪਏ ਦੇ ਆਸ-ਪਾਸ ਬਣਦੀ ਹੈ, ਤੇ ਫਿਰ ਇਸ ਦੀ ਜਿਹੜੀ 50 ਲੱਖ ਦੀ ਫੀਸ ਹੈ ਕੌਣ ਜਮ੍ਹਾਂ ਕਰਾਏਗਾ? ਦੇਖੋ ਜੀ ਭਾਈ ਸਾਹਿਬ, ਚੋਰੀ ਲੱਖ ਦੀ ਵੀ ਹੈ, ਚੋਰੀ ਕੱਖ ਦੀ ਵੀ ਹੈ। ਠੀਕ ਹੈ ਜੀ। ਤੇ ਸਾਡੇ ਕੋਲ ਜਿਹੜੀਆਂ 4-5 ਰਜਿਸਟਰੀਆਂ ਆਈਆਂ ਵੀ, ਜਿਵੇਂ ਖੋਸਾ ਪਾਂਡੂ ਆਈ ਵੀ ਹੈ, ਹੋਰ ਆਈਆਂ ਵੀ ਹੈ, ਕਈ ਆਈਆਂ ਵੀ ਸਾਡੇ ਕੋਲ। ਰਜਿਸਟਰੀ ਤਾਂ ਇੱਕ ਹੀ ਬਹੁਤ ਹੈ ਹਾਈ ਕੋਰਟ ਨੂੰ, ਰਜਿਸਟਰੀ ਇੱਕ ਹੀ ਬਹੁਤ ਹੈ। ਉਹ ਤਾਂ ਅਸੀਂ ਆਪਦੀ ਜਾਣਕਾਰੀ ਦੇ ਵੱਧ ਲਈ ਵੀ ਭ੍ਰਿਸ਼ਟਾਚਾਰ ਤੇ ਕਿੰਨਾ ਕੁ ਡੂੰਘਾ ਹੈ। ਇੱਕ ਇਹਨਾਂ ਦੇ ਪੁਰਾਣੇ ਕੋਈ ਮਿੱਤਰ ਮੈਨੂੰ ਮਿਲੇ ਸੀ, ਉਹ ਹੱਸਣ ਲੱਗ ਪਏ, ਕਹਿੰਦੇ ਤੂੰ ਲੜਾਈ ਤਾਂ ਵਿੱਢ ਲਈ ਇਹਦੇ ਨਾਲ। ਕਹਿੰਦਾ ਇਹ ਭ੍ਰਿਸ਼ਟਾਚਾਰ ਦਾ ਨਲਕਾ ਨਹੀਂ, ਕਹਿੰਦਾ ਸਬਮਰਸੀਬਲ ਮੋਟਰ ਹੈ। ਜਿਹੜਾ ਤਹਿਸੀਲਦਾਰ ਹੈ ਇਹ ਭ੍ਰਿਸ਼ਟਾਚਾਰ ਦਾ ਸਬਮਰਸੀਬਲ ਹੈ ਤੇ ਤੇਰੀ ਲੜਾਈ ਲੰਮਾ ਕਿ ਜੀ ਅਸੀਂ ਇਹ ਸੋਚ ਕੇ ਚੱਲੇ ਆ ਵੀ ਲੜਾਈ ਲੰਬੀ ਲੜਾਂਗੇ ਤੇ ਇਹਨੂੰ ਅਸੀਂ ਮਕਾਮ ਤੇ ਲੈ ਕੇ ਜਾਵਾਂਗੇ। ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਇੰਨਾ ਵੱਡਾ ਸਕੈਮ ਹੈ ਔਰ ਜਿਸ ਤਰ੍ਹਾਂ ਕਿ ਵੱਖ-ਵੱਖ ਥਾਵਾਂ ਤੇ ਕੰਮ ਵੀ ਕਰਕੇ ਆਏ ਨੇ, ਫਿਰ ਵੀ ਉਸ ਦੇ ਬਾਵਜੂਦ ਹਜੇ ਤੱਕ ਵੀ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਪ੍ਰਸ਼ਾਸਨ ਸੀ ਉਹਨਾਂ ਨੇ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਕਿਉਂ ਲੱਗਦਾ ਇਹ ਢਿੱਲ ਕਿਉਂ ਆ? ਬਿਲਕੁਲ ਭਾਈ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਇਹ ਗੱਲ ਦੇ। ਇਹਦੇ ਵਿੱਚ ਕੀ ਹੈ, ਜਿਹੜੀ ਡੇਰਾਬੱਸੀ ਦੀ ਇਨਕੁਆਇਰੀ ਪਿਛਲੀ ਸਰਕਾਰ ਦੇ ਵਿੱਚ ਬੜੇ ਇੱਕ ਤਾਕਤਵਰ ਤੇ ਕੱਦਾਵਰ ਨੇਤਾ ਉਹਨਾਂ ਨੇ ਇਹਨਾਂ ਦੀ ਇਨਕੁਆਇਰੀ ਖਿਲਾਈ ਸੀ। ਤੁਸੀਂ ਇਹ ਦੇਖੋ ਵੀ ਇਹਨਾਂ ਨੇ ਉਹ ਉੱਥੇ ਇੱਕ AD ਸਾਹਿਬ ਸੀ, ਮੈਂ ਨਾਂ ਨਹੀਂ ਲੈਣਾ ਮੁਹਾਲੀ, ਉਹਨਾਂ ਤੋਂ ਉਹ ਇਨਕੁਆਇਰੀ ਦਬਵਾਤੀ ਸੀ। ਹਲੇ ਵੀ ਇਨਕੁਆਇਰੀ ਬਗੈਰ ਰਿਜ਼ਲਟ ਦੇ DC ਮੁਹਾਲੀ ਕੋਲ ਪਈ ਹੈ। ਅਸੀਂ ਆਲਰੇਡੀ ਆਪਦੀ ਮੁਹਾਲੀ ਦੀ ਟੀਮ ਨੂੰ ਇਸ ਦੇ ਮਗਰ ਲਾਇਆ ਹੋਇਆ, ਉਹ ਉਸ ਦੀ ਇਨਵੈਸਟੀਗੇਸ਼ਨ ਕਰਦੇ ਪਏ ਆ। ਤੇ ਜੇ ਸਾਨੂੰ ਵੈਸੇ ਦੇ ਦੇਣਗੇ ਉਹਦੇ ਵੇਅਰ ਅਬਾਊਟਸ ਤਾਂ ਠੀਕ ਹੈ, ਨਹੀਂ ਤਾਂ ਅਸੀਂ ਮੁਹਾਲੀ DC ਸਾਹਿਬ ਕੋਲ RTI ਪਾ ਕੇ ਅਸੀਂ ਉਹਦਾ ਵੀ ਜਵਾਬ ਲੈ ਲਾਂਗੇ ਕਿ ਵੀ ਜਿਹੜੇ 10 ਕਿੱਲੇ ਡੇਰਾਬੱਸੀ ਵਾਲੇ ਆ ਮਰੇ ਵੇ ਬੰਦਿਆਂ ਦੇ ਆਪਦੇ ਨਾਂ ਕਰਾ ਕੇ ਕੀ ਗੇਮ ਖੇਲੀ ਗਈ ਹੈ, ਉਹ ਸਾਰਾ ਕੁਝ ਅਸੀਂ ਬੇਨਕਾਬ ਕਰਾਂਗੇ। ਤੇ ਸਰ ਫਿਰ ਜੇ ਅਗਰ ਦੇਖਿਆ ਜਾਵੇ ਜਿਵੇਂ ਜਿਸ ਤਰ੍ਹਾਂ ਦੀ ਢਿੱਲੀ ਕਾਰਵਾਈ ਦਿਖਾਈ ਦੇ ਰਹੀ ਹੈ ਤਾਂ ਲੱਗਦਾ ਨਹੀਂ ਕਿ ਇਮਾਨਦਾਰੀ ਨੂੰ ਲੈ ਕੇ ਜਿਹੜਾ ਬੇਈਮਾਨੀ ਦਾ ਕੱਦ ਵੱਡਾ ਹੋ ਗਿਆ? ਬਿਲਕੁਲ ਜੀ, ਬਿਲਕੁਲ। ਇਹਦਾ ਹੁਣ ਸਿਰਾ ਹੀ ਲੱਗ ਗਿਆ ਜੀ। ਕਿਵੇਂ ਇਹ ਬੰਦਿਆਂ ਨੇ ਮੰਤਰੀ ਜੀ ਡਰਾ ਲਏ,
ਤੁਹਾਡੇ ਸਾਹਮਣੇ ਹੀ ਹੈ, ਪ੍ਰੈਸ ਦੇਖ ਹੀ ਰਹੀ ਹੈ ਸਾਰਾ ਕੁਝ, ਸਾਰੇ ਪੰਜਾਬ ਦੀ ਪ੍ਰੈਸ। ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਅਸੀਂ ਇਸ ਮੈਟਰ ਤੇ, ਹਨਾ। ਉਦੋਂ ਮੰਤਰੀ ਦੇ ਹੱਕ 'ਚ ਕਰਕੇ ਆਏ ਪ੍ਰੈਸ ਕਾਨਫਰੰਸ, ਪਰ ਮੰਤਰੀ ਡਰਾਲੇ, ਮੰਤਰੀ ਚੁੱਪੀ ਕਰਕੇ ਜਵੇਂ। ਇਹ ਤਾਂ ਹੁਣ ਜਾਂ ਤਾਂ ਭਗਵੰਤ ਮਾਨ ਸਾਹਿਬ ਜਾਣਦੇ, ਕੇਜਰੀਵਾਲ ਸਾਹਿਬ ਜਾਣਦੇ ਆ, ਜਾਂ ਫਿਰ ਮੰਤਰੀ ਜੀ ਜਾਣਦੇ ਆ। ਕੀ ਲੱਗਦਾ ਜੀ ਫਿਰ ਜਿਵੇਂ ਹੁਣ ਕੱਦ ਵੱਡਾ, ਲੜਾਈ ਵੱਡੀ ਹੈ ਤੇ ਪੰਕਜ ਸੂਦ ਜੀ ਫਿਰ ਮਗਰ ਲੱਗੇ ਹੋਏ ਆ, ਹੁਣ ਕੀ ਲੱਗਦਾ ਇਨਸਾਫ ਮਿਲੂਗਾ ਜਾਂ ਲੜਾਈ ਲੰਬੀ ਚੱਲੂਗੀ? ਦੇਖੋ ਜੀ, ਅਸੀਂ ਸਾਡਾ ਜਿਹੜਾ ਸਾਡੇ NGO ਦਾ ਮੇਨ ਮਕਸਦ ਹੈ ਟੂ ਅਵੇਅਰ ਕੰਜ਼ਿਊਮਰ ਅਬਾਊਟ ਦੇਅਰ ਰਾਈਟਸ ਐਂਡ ਡਿਊਟੀਜ਼। ਈਵਨ ਅਸੀਂ ਜੇ ਕੋਈ ਭ੍ਰਿਸ਼ਟਾਚਾਰੀ ਸਾਨੂੰ ਅਫਸਰ ਵੀ ਮਿਲਦੇ ਆ, ਅਸੀਂ ਉਹਨਾਂ ਨੂੰ ਵੀ ਬੇਨਕਾਬ ਕਰਦੇ ਹਾਂ, ਸ਼ੁਰੂ ਤੋਂ ਕਰਦੇ ਆ ਰਹੇ ਹਾਂ। ਤੁਹਾਨੂੰ ਪਤਾ ਜੀ, ਭਾਵੇਂ ਕਾਰਾਂ ਦਾ ਘਟਾਲਾ ਹੋਵੇ, ਕਣਕ ਦਾ ਘਟਾਲਾ ਹੋਵੇ, ਚਾਹੇ ਕਾਊ ਸੈਸ ਵਾਲਾ ਘਟਾਲਾ ਹੋਵੇ, ਅਸੀਂ ਉਹ ਚੀਜ਼ਾਂ ਕਰਦੇ ਰਹਿੰਦੇ ਹਾਂ ਨਾ। ਇਹਦੇ ਵਿੱਚ ਵੀ ਅਸੀਂ ਇਹ ਲੜਾਈ ਨੂੰ ਐਂਡ ਤੱਕ, ਜਿਵੇਂ ਪਿਛਲੀਆਂ ਲੜਾਈਆਂ ਅਸੀਂ ਹਾਈ ਕੋਰਟ ਤੇ ਲੈ ਕੇ ਗਏ, ਹਾਈ ਕੋਰਟ ਉਸ ਤੋਂ ਬਾਅਦ ਤਾਂ ਅਗਾਂਹ ਜੱਜ ਭਗਵਾਨ ਦਾ ਰੂਪ ਹੁੰਦੇ ਆ, ਉਹਨਾਂ ਨੇ ਫੈਸਲਾ ਦੇਣਾ ਹੈ। ਜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਉਹਨਾਂ ਨੇ ਕਰਨਾ ਜੋ ਕਰਨਾ। ਕੀ ਲੱਗਦਾ ਇਨਸਾਫ ਮਿਲੂਗਾ ਤੁਹਾਨੂੰ? ਦੇਖੀਏ ਜੀ, ਅਦਾਲਤਾਂ ਕਿਸ ਲਈ ਹੈ? ਇਨਸਾਫ ਮਿਲੂਗਾ, ਮਿਲੂਗਾ ਕਿਉਂ ਨਹੀਂ ਮਿਲੂਗਾ? ਜਿਹੜੀ ਪ੍ਰਾਪਰਟੀ ਦੀ ਇਹਨਾਂ ਨੇ ਬਗੈਰ ਐਨਓਸੀ ਦੀ ਕੀਤੀਆਂ ਨੂੰ ਦੱਸਣੀਆਂ ਪੈਣੀਆਂ। ਇਹ ਕਹਿ ਰਹੇ ਜੀ ਅਸੀਂ ਤਾਂ ਕੀਤੀ ਨਹੀਂ ਕੋਈ, ਮੈਂ ਕਹਿੰਦਾ ਕੀਤੀਆਂ 5-6 ਤਾਂ ਮੈਂ ਤੁਹਾਡੇ ਚੈਨਲ 'ਤੇ ਹੀ ਬੋਲ ਬੈਠਾ। ਪਰ ਬੀਤੇ ਦਿਨੀ ਜਿਹੜੇ ਹੈਗੇ ਆ ਤਹਿਸੀਲਦਾਰ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਬਟ ਉਹ ਤਾਂ ਇਹ ਕਹਿ ਰਹੇ ਆ ਕਿ ਮੈਂ ਇਮਾਨਦਾਰ ਹਾਂ, ਅਗਰ ਮੈਂ ਦਾਗਦਾਰ ਪਾਇਆ ਜਾਣਾ ਤਾਂ ਤੁਸੀਂ ਪਰਚਾ ਦਿਓ, ਮੈਂ ਕਾਰਵਾਈ ਭੁਗਤਣ ਨੂੰ ਤਿਆਰ ਹਾਂ। ਮਾੜਾ ਜਿਹਾ ਜਿਹੜੇ ਉਦੋਂ ਪੱਤਰਕਾਰ ਉਹਨਾਂ ਦੀ ਇੰਟਰਵਿਊ ਸੀਗੀ, ਉਹਨਾਂ ਨੂੰ ਕਹੋ ਪੰਚਕੂਲੇ 6 ਸੈਕਟਰ ਜਿਹਦੀ ਕੋਠੀ ਹੈ, ਨਿਗਾਹ ਮਾਰਿਆ ਹੁਣ। ਪੰਚਕੂਲੇ 6 ਸੈਕਟਰ ਦੀ ਕੋਠੀ ਹੈ, ਉੱਥੇ ਨਿਗਾਹ ਮਾਰਿਆ ਹੁਣ। ਠੀਕ ਹੈ ਜੀ। ਮਲੋਟ ਜਿਹੜੀਆਂ 2 ਕਲੋਨੀਆਂ ਕੱਟੀਆਂ, ਉੱਥੇ ਨਿਗਾਹ ਮਾਰਿਆ ਹੁਣ। ਡੇਰਾ ਬੱਸੀ 10 ਕਿੱਲੇ ਉੱਥੇ ਨਿਗਾਹ ਮਾਰਿਆ ਹੁਣ। ਫਿਰ ਪਤਾ ਲੱਗ ਜੂਗਾ ਇਹ ਸਾਫ਼ ਹੈ ਕਿ ਕੀ ਹੈ। ਇਹ ਤਾਂ ਗੋਂਗਲੇ ਤੋਂ ਮਿੱਟੀ ਝਾੜਦੀ। ਜੇ ਕੋਈ ਬੰਦਾ ਕਹਿ ਦੇਗਾ ਮੈਂ ਸਾਊ ਹੈ, ਤੇ ਇਹਦਾ ਮਤਲਬ ਵੀ ਮੈਂ ਤਾਂ ਬਹੁਤ ਸ਼ਰੀਫ ਆਦਮੀ ਹਾਂ, ਤੇ ਰਿਕਾਰਡ ਬੋਲੀ ਜਾਂਦੇ ਉਹਦੇ। ਜੀਰਕਪੁਰ ਪੁੱਛੋ ਤਾਂ ਬੱਚੇ ਨੂੰ ਇਹਦਾ ਨਾਂ ਪਤਾ, ਪ੍ਰੋਪਰਟੀ ਡੀਲਰ ਨੂੰ। ਹਰ ਬੰਦੇ ਨੂੰ ਉੱਥੇ ਨੂੰ ਪਤਾ ਵੀ ਇਹ ਕੀ ਚੀਜ਼ ਹੈ ਤੇ ਕੌਣ ਹੈ। ਇਹ ਲੋਕ ਇਹਨਾਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ। ਮੈਨੂੰ ਤਾਂ ਇੱਕ ਸੀਨੀਅਰ ਅਫਸਰ ਨੇ ਗੱਲ ਦੱਸੀ, ਕਹਿੰਦਾ ਈਵਨ ਇਹ ਤਾਂ ਜਿਹੜੇ IAS ਅਫਸਰ ਹੈ, ਉਹ ਵੱਡੇ ਲੈਵਲ ਦੇ ਆਫਿਸਰਸ ਹੈ, ਇਹ ਉਹਨਾਂ ਦਾ ਵੀ ਸੈਟਲਮੈਂਟਸ ਕਰਾਉਂਦੇ ਆ। ਇਹ ਮਤਲਬ ਐਡੇ ਵੱਡੇ ਭ੍ਰਿਸ਼ਟਾਚਾਰੀ ਨੇ, ਔਰ ਕਿੱਥੋਂ ਤੱਕ ਇਹਨਾਂ ਦੀ ਜੜ੍ਹਾਂ ਨੇ। ਤੁਸੀਂ ਆਪ ਦੇਖੋ, ਜਦੋਂ ਮੈਨੂੰ ਖਰੀਦਣਾ ਆਇਆ, ਮੈਨੂੰ ਕਹਿੰਦੇ ਜੀ ਅਸੀਂ 2 ਵੱਡੇ ਅਫਸਰਾਂ ਨਾਲ ਗੱਲ ਕਰਕੇ ਆਏ ਆ, ਉਹ ਕਹਿੰਦੇ ਪੰਕਜ ਸੂਦ ਨੂੰ ਚੁੱਪ ਕਰਾ ਲਓ, ਅਸੀਂ ਵੀ ਚੁੱਪ ਕਰ ਜਾਾਂਗੇ। ਹੁਣ ਤੁਸੀਂ ਆਪ ਦੇਖੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ। ਇਹ ਗੱਲਾਂ ਬਹੁਤ ਵੱਡੀਆਂ ਹੁੰਦੀਆਂ। ਇਹ ਜਿਹੜੇ ਭ੍ਰਿਸ਼ਟਾਚਾਰੀ ਲੋਕ ਹੈ, ਇਹਨਾਂ ਦਾ ਇੱਕ ਸਿਸਟਮ ਬਣਿਆ ਹੁੰਦਾ ਹੈ। ਠੀਕ ਹੈ। ਇਹਨਾਂ ਦੇ ਉਸ ਸਿਸਟਮ ਦੇ ਮੂਹਰੇ ਕੋਈ ਅੜਦਾ ਨਹੀਂ ਹੁੰਦਾ। CRO ਇਹਨਾਂ ਦੇ ਮੂਹਰੇ ਅੜ ਗਿਆ, ਪੰਕਜ ਸੂਦ ਇਹਨਾਂ ਦੇ ਮੂਹਰੇ ਅੜ ਗਿਆ, ਪਰ ਮੈਂ ਇਹਨਾਂ ਨੂੰ ਇਹਨਾਂ ਦੇ ਮੁਕਾਮ ਤੇ ਹੀ ਲੈ ਕੇ ਜਾਊਂ। ਧੰਨਵਾਦ। ਮਾਨ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੋਗੇ? ਮਾਨ ਸਾਹਿਬ ਨੂੰ ਤਾਂ ਮੈਂ ਚਿੱਠੀ ਪਾ ਹਟਿਆ ਜੀ, ਅੱਜ ਸਾਰਾ ਕੁਝ ਦੱਸਤਾ। ਮੈਂ ਰੋਜ਼ ਉਹਨਾਂ ਦੇ WhatsApp ਦੇ ਉੱਤੇ, ਜਿਹੜਾ ਉਹਨਾਂ ਦਾ ਪਰਸਨਲ ਨੰਬਰ ਹੈ, ਉਹਦੇ WhatsApp ਦੇ ਉੱਪਰ ਮੈਂ ਉਹਨਾਂ ਨੂੰ ਰੋਜ਼ ਸਾਰੇ ਵੇਅਰ ਅਬਾਊਟ ਸਾਰਾ ਕੁਝ ਪਾ ਰਿਹਾ। ਰੋਜ਼ ਕੀ ਡਿਵੈਲਪਮੈਂਟਸ ਹੈ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਉਹ ਵੇਖ ਰਹੇ ਆ। ਸਾਰੇ ਉਹਨਾਂ ਦੇ ਬਲੂ ਟਿਕ ਸਾਰੇ ਉਹ ਪੜ੍ਹਦੇ ਪਏ ਉਹਨੂੰ, ਸਾਰਾ ਕੁਝ ਜੋ ਮੈਂ ਉਹਨਾਂ ਨੂੰ ਭੇਜ ਰਿਹਾ। ਠੀਕ ਹੈ। ਉਹਨਾਂ ਦੇ ਪਰਸਨਲ ਸੈਕਟਰੀ AVN ਪ੍ਰਸਾਦ, ਉਹਨਾਂ ਨੂੰ ਮੈਂ ਭੇਜ ਰਿਹਾ ਸਾਰਾ ਕੁਝ, ਉਹ ਵੀ ਪੜ੍ਹ ਰਹੇ ਆ। ਈਵਨ ਪਿੱਛੇ ਜੇ ਅਸੀਂ ਸਾਰਿਆਂ ਨੂੰ, ਕੇਜਰੀਵਾਲ ਸਾਹਿਬ ਨੂੰ, ਮਾਨ ਸਾਹਿਬ ਨੂੰ, ਵਿਜੀਲੈਂਸ ਸਭ ਨੂੰ ਚਿੱਠੀਆਂ ਕੱਢੀਆਂ ਸਾਰੇ ਸਬੂਤਾਂ ਦੇ ਨਾਲ। ਠੀਕ ਹੈ। ਇਹ ਸੋਚ ਲੈਣਾ ਵੀ ਬਚਣਗੇ ਨਹੀਂ। 1-2 ਬੰਦੇ ਤਾਂ 4 ਬੰਦੇ ਤਾਂ ਇਮਾਨਦਾਰ ਸਾਨੂੰ ਟੱਕਰਨਗੇ ਵਿੱਚੋਂ, ਕੋਈ ਤਾਂ ਕਾਰਵਾਈ ਕਰਵਾਊਗਾ।